ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਭਰਪੂਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿ 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 ਖਾਸਟ ਸਹੰਸਰ ਆਪਣੇ ਸੰਗ ਅਬਦੁਲ ਖਾਨ ਰਾਖੇ ਹਿਤ ਜੰਗ। ਇਮ ਸੁਵਟਨ ਕੋ ਕਰਿਓ ਵਿਭਾਗ ਹਿਤ ਸੰਗਰਾਮ ਧਾਰੇ ਅਨੁਰਾਗ। ਪਰਮ ਸਨਮਾਨ ਆਵਰ ਸਾਹਿਬੇ ਕਮਾਲ बारगाहे इनायत के मालक हाजर नाजर सतगुरु कलयुगी जीवों के उद्धार करता साहिबे सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलां च विराजमान गुरु प्यारी साध संगत, गुरुदेव जी दी महान इनायत दा सदका साडे सारियां दे सिर ते मेहरमतमई रखे हथ दा सदका जीवन दा अज दा दिन भी प्राप्त होया और इस नवें दिन दी जो नवें जन्म समान है शाम कादरे हर कार बेकसां रा यार साहिब सरबंस दानी गुरु पिता गुरु गोबिंद सिंह महाराज जी दे चरण कमलां दी खाक दे नाम करना नसीब होया। सतगुरु जी दी मेहर सदका सौदर चौंकी दे कीर्तन रहरास आरती अरदास ते फिर साहिब जी दे सदाए बारगाह पावन हुक्मनामे आपने झोली च पवाए हैं। कुछ समा होर सतगुरु गुरु हरगोबिंद साहिब जी महाराज जी दे पावन जीवन बिरतांत अमृत जीवन कथड़ियां राही मन गुरु चरना नाल जुड़ सके, इकाग्रता अदब ते आनंद दी दात चोली च पै सके। इसलिए जितने माता भराता हाजरीन हाजरी भर रहे हो पेशतर दोहां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलां ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक सरवण करदियां इतना आपने प्रेम सहित सरवण कीता। कि महिमा दे मालक जगत नूं तारणहार सतगुरु पार ब्रह्म परमेश्वर जोत गुरु हरगोबिंद साहिब जी महाराज
ਪਾਵਨ ਨਗਰ ਸ੍ਰੀ ਹਰਗੋਬਿੰਦਪੁਰ ਸਾਹਿਬ, ਜੋ ਤੀਰਥਾਂ ਦਾ ਮਹਾਨ ਤੀਰਥ ਹੈ, ਜਿੱਥੇ ਸਤਿਗੁਰੂ ਜੀ ਦਾ ਬਚਨ ਹੈ ਕਿ ਜੇਠ, ਹਾੜ, ਸੌਣ, ਭਾਦਰੋਂ ਇਹ 4 ਮਹੀਨੇ ਅਸੀਂ ਉੱਥੇ ਹਰ ਹਮੇਸ਼ਾ ਨਿਵਾਸ ਰੱਖਾਂਗੇ। ਉਸ ਜਗ੍ਹਾ ਆਪ ਬਿਰਾਜਮਾਨ ਨੇ ਤੇ ਨਗਰ ਦੀ ਸੇਫਟੀ ਬਣ ਸਕੇ, ਸੁਰੱਖਿਅਤ ਰਹਿ ਸਕੇ, ਇਸ ਲਈ ਆਪ ਫਸੀਲ ਬਣਾ ਰਹੇ ਨੇ, ਕੋਟ ਬਣਾ ਰਹੇ ਨੇ। ਤੇ ਗੁਰੂ ਘਰ ਦਾ ਦੋਖੀ ਦੀਵਾਨ ਚੰਦੂ ਦਾ ਰਿਸ਼ਤੇਦਾਰ ਭਗਵਾਨ ਦਾਸ ਘੇਰੜ ਮਹਾਰਾਜ ਜੀ ਨਾਲ ਬਹੁਤ ਈਰਖਾ ਭਰੇ ਤੇ ਨਿੰਦਾ ਭਰੇ ਬੋਲ ਆਖੇ, ਤੇ ਫਿਰ ਇਸ ਗੁਨਾਹੇ ਅਜ਼ੀਮ ਕਰਕੇ ਉਹਨੂੰ ਸਜ਼ਾਏ ਮੌਤ ਪ੍ਰਾਪਤ ਹੋਈ। ਉਸ ਦਾ ਪੁੱਤਰ ਰਤਨ ਚੰਦ ਦੀਵਾਨ ਚੰਦੂ ਦੇ ਪੁੱਤਰ ਕਰਮ ਚੰਦ ਨਾਲ ਮਿਲ ਕੇ ਜਲੰਧਰ ਦੇ ਸੂਬੇ ਅਬਦੁਲ ਖਾਨ ਨਾਲ ਗੱਲਬਾਤ ਕਰਕੇ, ਰੋਣੇ ਰੋ ਕੇ, ਝੂਠੀਆਂ ਤੋਹਮਤਾਂ ਲਾ ਕੇ ਤੇ 15,000 ਸੈਨਾ ਨੂੰ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇ ਹਮਲਾਵਰ ਹੋਇਆ। ਉਸਨੇ ਦਰਿਆ ਬਿਆਸ ਪਾਰ ਕਰਦਿਆਂ ਸਾਰ ਆਪਣੀ ਸੈਨਾ ਨੂੰ 8 ਹਿੱਸਿਆਂ ਵਿੱਚ ਵੰਡਿਆ। ਵੱਖ-ਵੱਖ ਜਰਨੈਲਾਂ ਨੂੰ ਦੇ ਦਿੱਤਾ, ਕਿਸੇ ਨੂੰ 1000 ਸਿਪਾਹੀ, ਕਿਸੇ ਨੂੰ 2000, 3000। ਆਪਣੇ ਪੁੱਤਰ ਨਬੀ ਬਖਸ਼ ਨੂੰ ਵੀ ਉਸਨੇ 2000 ਸਿਪਾਹੀ ਦਿੱਤਾ ਤੇ ਛੋਟੇ ਪੁੱਤਰ ਨੂੰ ਵੀ ਉਸਨੇ 2000 ਸਿਪਾਹੀ ਦੇ ਕੇ ਜੰਗ ਲਈ ਤਿਆਰ ਕੀਤਾ। ਔਰ ਇਸ ਤਰ੍ਹਾਂ ਦੇ ਨਾਲ 6000 ਸੈਨਿਕ ਉਹਨੇ ਆਪਣੇ ਨਾਲ ਰੱਖੇ। 15,000 ਸੈਨਾ ਨੂੰ ਉਹਨੇ 8 ਹਿੱਸਿਆਂ ਵਿੱਚ ਵੰਡਿਆ, ਵਿਭਕਤ ਕੀਤਾ, ਟੁਕੜੀਆਂ ਬਣਾਈਆਂ, ਟੋਲੇ ਬਣਾਏ। ਇਸ ਤਰ੍ਹਾਂ ਦੇ ਨਾਲ ਜੰਗ ਦੀ ਤਿਆਰੀ ਕਰ ਰਿਹਾ। ਖਸ਼ਟ ਸਹੰਸਰ ਆਪਣੇ ਸੰਗ ਅਬਦੁਲ ਖਾਨ ਰੱਖੇ ਹਿਤ ਜੰਗ ਕਰਨ ਵਾਸਤੇ ਮਹਾਰਾਜ ਜੀ ਦੇ ਨਾਲ ਉਸਨੇ 6000 ਸੈਨਿਕ ਆਪਣੇ ਨਾਲ ਰੱਖੇ ਹਨ। ਅਗਲੀ ਵਿਚਾਰ ਸਰਵਣ ਕਰੀਏ ਪੇਸ਼ਤਰ। ਮਹਾਰਾਜ ਜੀ ਦੇ ਚਰਨ ਚੁੰਮਦਿਆਂ ਆਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤ ਸਤਿਗੁਰ ਚੌਪਈ ਇਤ ਸਤਿਗੁਰ ਟਿਗ ਸੁਧਿਆਈ। ਇੱਧਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਉਹਨਾਂ ਦੇ ਗੁਪਤਚਰ ਸਿੱਖਾਂ ਨੇ ਖਬਰ ਪਹੁੰਚਾ ਦਿੱਤੀ ਹੈ। ਹਾਂਜੀ, ਕਿਆ ਬੈਠੇ ਸੋਝੀ ਨਹਿ ਕਾਈ। ਸੱਚੇ ਪਾਤਸ਼ਾਹ ਆਪ ਤਾਂ ਇਸ ਤਰ੍ਹਾਂ ਬੈਠੇ ਹੋਏ ਹੋ ਜਿਵੇਂ ਆਪ ਜੀ ਨੂੰ ਕੋਈ ਪਤਾ ਹੀ ਨਹੀਂ, ਅਣਜਾਣ ਹੋ। ਭਾਵ ਆਪ ਤਾਂ ਜਾਣੀ ਜਾਣ ਹੋ, ਘਟ ਘਟ ਕੇ ਅੰਤਰ ਕੀ ਜਾਣਤ ਹੋ। ਤੇ ਮਹਾਰਾਜ ਇਹ ਵੇਲਾ ਬੈਠਣ ਦਾ ਨਹੀਂ ਹੈ। ਬਹੁਤ ਵੱਡੀ ਸੈਨਾ ਰਤਨ ਚੰਦ ਤੇ ਕਰਮ ਚੰਦ ਲੈ ਕੇ ਸੂਬਾ ਜਲੰਧਰ ਅਬਦੁਲ ਖਾਨ ਦੀ ਅਗਵਾਈ ਵਿੱਚ ਪਹੁੰਚੇ ਨੇ। ਤੇ ਆਪ ਜੀ ਹੁਣ ਤਿਆਰੀ ਕਰੋ ਜੰਗ ਦੀ। ਹਾਂਜੀ,
10,000 ਪੰਚ ਸਹੰਸਰੈ ਜੋਧਾ। ਇਹ ਸਾਨੂੰ ਉਹਨਾਂ ਦੀ ਗਿਣਤੀ ਬਾਰੇ ਬੋਧ ਹੋਇਆ ਬਈ 15,000 ਸੂਰਮੇ ਹਨ, ਔਰ ਉਹ ਹੀ ਬੜੇ ਜੰਗ ਕਲਾ, ਯੁੱਧ ਕਲਾ, ਕੌਸ਼ਲ ਦੇ ਗਿਆਤਾ ਹਨ। ਬੜੀ ਵੱਡੀ ਸਿੱਖਿਆ ਉਹਨਾਂ ਨੇ ਪ੍ਰਾਪਤ ਕੀਤੀ ਹੋਈ ਹੈ ਯੁੱਧ ਦੀ। ਸ਼ਸਤਰ ਧਾਰੀ ਤੇ ਸ਼ਸਤਰ ਚਲਾਉਣ ਦੇ ਮਾਹਿਰ ਹਨ। ਸਾਧ ਸੰਗਤ ਇਹ ਬੜਾ ਲਾਜ਼ਮੀ ਹੈ ਬਈ ਸ਼ਸਤਰ ਹੋਵੇ ਤੇ ਚਲਾਉਣ ਦੀ ਆਗਿਆ ਵੀ ਉਹਨੂੰ ਗਿਆਤ ਵੀ ਹੋਵੇ ਵੀ ਚਲਾਉਣਾ ਕਿਵੇਂ। ਇਹ ਨਹੀਂ ਵੀ ਸ਼ਸਤਰ ਕੋਲ ਹੋਵੇ ਤੇ ਚਲਾਉਣਾ ਆਉਂਦਾ ਹੀ ਨਾ ਹੋਵੇ। ਜੈਸੇ ਕਿਸੇ ਕੋਲ ਨਿਤਨੇਮ ਦਾ ਗੁਟਕਾ ਹੋਵੇ ਪਰ ਪਾਠ ਕਰਨਾ ਨਾ ਆਉਂਦਾ ਹੋਵੇ, ਪਾਠ ਕਰ ਹੀ ਨਾ ਸਕਦਾ ਹੋਵੇ। ਹਾਰਮੋਨੀਅਮ, ਵਾਜਾ, ਤਬਲਾ ਕੋਲ ਹੋਵੇ ਪਰ ਕੀਰਤਨ ਕਰ ਹੀ ਨਾ ਸਕਦਾ ਹੋਵੇ, ਉਹ ਲਾਭਵੰਦਾ ਨਹੀਂ ਹੋਵੇ। ਜਿੱਥੇ ਸਾਨੂੰ ਮਹਾਰਾਜ ਨੇ ਜਪਣ ਦੀ ਬਰਕਤ ਨਾਲ ਨਿਵਾਜਿਆ, ਨਿਤਨੇਮ ਦੀ ਦਾਤ ਝੋਲੀ 'ਚ ਪਾਈ ਹੈ, ਉਹਦੇ ਨਾਲ ਨਾਲ ਕਮ ਅਜ਼ ਕਮ ਇਤਨੀ ਸ਼ਸਤਰ ਵਿਦਿਆ ਦਾ ਬੋਧ ਹੋਵੇ ਕਿ ਮਨੁੱਖ ਆਪਣੀ ਰਾਖੀ ਕਰ ਸਕੇ। ਬੜੇ ਦੁੱਖ ਦੀ ਗੱਲ ਰਹੀ ਹੈ ਸੰਨ 84 ਵਿੱਚ ਜਦ ਜਗ੍ਹਾ ਜਗ੍ਹਾ ਸਿੱਖਾਂ ਦੇ ਘਰਾਂ 'ਤੇ ਹਮਲੇ ਹੋਏ, ਉਸ ਵੇਲੇ ਬੜਿਆਂ ਦੇ ਘਰ 'ਚੋਂ ਕਿਰਪਾਨ ਵੀ ਨਹੀਂ ਨਿਕਲੀ। ਚਲਾਉਣੀ ਆਉਣੀ ਤਾਂ ਕਿਧਰੇ ਰਹਿ ਗਈ। ਸ੍ਰੀ ਸਾਹਿਬ ਜੀ ਸਹਾਏ ਰੋਜ਼ ਕਹਿੰਦੇ ਆ, ਜੈਸੇ ਨਿਤਨੇਮ ਕਰਨਾ ਬੰਦਗੀ ਹੈ, ਜਾਪ ਕਰਨਾ ਬੰਦਗੀ ਹੈ, ਵੈਸੇ ਸ਼ਸਤਰ ਦਾ ਅਭਿਆਸ ਕਰਨਾ ਵੀ ਬੰਦਗੀ ਦਾ ਹੀ ਹਿੱਸਾ ਹੈ। ਇਹ ਕਰਨਾ ਚਾਹੀਦਾ। ਇਹਦੇ ਨਾਲ ਸਰੀਰ ਠੀਕ ਵੀ ਰਹਿੰਦਾ ਹੈ ਤੇ ਸਰੀਰ ਦੀ ਰਾਖੀ ਵੀ ਹੋ ਸਕਦੀ ਹੈ ਲੋੜ ਪੈਣ 'ਤੇ। ਇੱਕ ਅੰਗਰੇਜ਼ਾਂ ਨੇ ਕਿਰਪਾ ਕਰ ਦਿੱਤੀ ਵੀ 9 ਇੰਚ ਦੀ ਕਿਰਪਾਨ ਸਿੱਖ ਪਾਵੇਗਾ। ਇਹ ਕਿਰਪਾਨ ਦੀ ਨਿਸ਼ਾਨੀ ਹੈ, ਕਿਰਪਾਨ ਇਹ ਨਹੀਂ ਹੈ ਛੋਟੀ ਜਿਹੀ। ਇਸ ਨੂੰ ਕਿਵੇਂ ਸ਼ਸਤਰ ਆਖੋਗੇ? ਤੁਸੀਂ ਪੁਰਾਤਨ ਗੁਰਸਿੱਖਾਂ ਦਾ ਜੀਵਨ ਪੜ੍ਹ ਲਓ, ਉਹਨਾਂ ਕੋਲ 3.5 ਫੁੱਟ ਦੀ ਵੱਡੀ ਕਿਰਪਾਨ ਹੀ ਹੁੰਦੀ ਸੀ। ਤੇ ਸਾਡੇ ਤੇ ਭਾਰਤ ਦੇ ਸੰਵਿਧਾਨ 'ਚ ਲਿਖਿਆ ਹੋਇਆ ਜਿਹੜਾ ਆਰਟੀਕਲ 25 ਹੈ ਨਾ, ਕੌਨਸਟੀਟਿਊਸ਼ਨ ਆਫ ਇੰਡੀਆ, ਉਹਦੇ ਵਿੱਚ ਲਿਖਿਆ ਹੋਇਆ ਪੜ੍ਹ ਲੈਣਾ ਬਈ ਸਿੱਖਾਂ ਨੂੰ ਕਿਰਪਾਨਾਂ ਰੱਖਣ ਦਾ ਹੱਕ ਹੈ। ਕਿਰਪਾਨ ਨਹੀਂ, ਕਿਰਪਾਨਾਂ ਰੱਖਣ ਦਾ ਹੱਕ ਹੈ। ਗਿਣਤੀ ਨਹੀਂ ਹੈ 2, 4, 10 ਜਿੰਨੀਆਂ ਮਰਜ਼ੀ ਰੱਖੋ। ਪਰ ਕੀਤਾ ਕੀ ਜਾਏ, ਕਿਰਪਾਨ ਹੋਵੇ ਵੀ ਪਰ ਚਲਾਉਣੀ ਨਾ ਆਵੇ ਤਾਂ ਕਰਨਾ ਕੀ? ਸਾਡੀ ਕੌਮ ਸ਼ਸਤਰ ਵਿਦਿਆ ਤੋਂ ਹੌਲੀ ਹੌਲੀ ਅਵੇਸਲੀ ਹੋ ਗਈ ਤੇ ਬੜਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਕੀ ਕਰਨਾ, ਐਵੇਂ ਇੰਨੀ ਵੱਡੀ ਕਿਰਪਾਨ ਪਾ ਕੇ ਕਰਨਾ ਕੀ? ਆਪਣੇ ਬਜ਼ੁਰਗਾਂ ਨੂੰ ਦੇਖੋ, ਉਹਨਾਂ ਕੋਲ ਵੱਡੀ ਸ੍ਰੀ ਸਾਹਿਬ ਹੁੰਦੀ ਸੀ ਤੇ ਨਾਲ ਉਹਨਾਂ ਨੂੰ ਚਲਾਉਣੀ ਵੀ ਆਉਂਦੀ ਸੀ। ਇਹ ਬੜਾ ਲਾਜ਼ਮੀ ਹੈ ਯੁੱਧ ਵਿਦਿਆ ਦਾ ਅਭਿਆਸ ਹੋਣਾ, ਕਿਸੇ ਨੂੰ ਮਾਰਨ ਲਈ ਨਹੀਂ, ਆਪਣੇ ਆਪ ਨੂੰ ਬਚਾਉਣ ਵਾਸਤੇ। ਕੋਈ ਹਮਲਾ ਕਰੇ ਤੇ ਆਪਣੇ ਸਰੀਰ ਦੀ ਰਾਖੀ ਹੋ ਸਕੇ, ਬੜਾ ਕੀਮਤੀ ਜੀਵਨ ਹੈ। ਇਹ ਹੁਣ ਕਰੋਨਾ ਦਾ ਵਰਲਡ ਵਾਈਡ ਹਮਲਾ ਹੋਇਆ ਤੇ ਸਾਰੀ ਦੁਨੀਆ ਦੀਆਂ ਸਰਕਾਰਾਂ ਦਿਨ ਰਾਤ ਪੱਬਾਂ ਭਾਰ ਹੋਈਆਂ ਨੇ ਵੀ ਇਸ ਤੋਂ ਆਪਣੇ ਆਪ ਨੂੰ ਬਚਾਉਣਾ ਕਿਵੇਂ। ਬੜੀਆਂ ਬੇਸ਼ਕੀਮਤੀ ਜ਼ਿੰਦਗੀਆਂ ਜਿਹੜੀਆਂ ਨੇ ਉਹ ਇਹਦੇ ਵਿੱਚ ਜ਼ਾਇਆ ਹੋ ਗਈਆਂ ਨੇ ਔਰ ਹੁੰਦੀਆਂ ਪਈਆਂ। ਆਪਣਾ ਬਚਾਓ ਕਰਨਾ ਬੜਾ ਲਾਜ਼ਮੀ ਹੈ। ਮਹਾਰਾਜ ਜੀ ਦੇ ਸਿੱਖ ਕਹਿਣ ਲੱਗੇ, ਸੱਚੇ ਪਾਤਸ਼ਾਹ
ਉਹ 15,000 ਸੈਨਿਕ ਜਿਹੜੇ ਆਏ ਨੇ ਉਹ ਬਹੁਤ ਸੁਸਿੱਖਿਅਤ ਨੇ। ਉਹਨਾਂ ਨੇ ਯੁੱਧ ਕਲਾ, ਸ਼ਸਤਰ ਅਭਿਆਸ ਸਿੱਖਿਆ ਹੋਇਆ। ਜਿਵੇਂ ਮੈਂ ਅਰਜ਼ ਕਰਾਂ, ਫੋਰਸਿਸ ਨੇ ਨਾ, ਪੁਲਿਸ ਫੋਰਸ ਹੈ, ਆਰਮੀ ਹੈ, ਪੈਰਾਮਿਲਟਰੀ ਫੋਰਸਿਸ ਨੇ। ਗਨ ਦਾ ਲਾਇਸੈਂਸ ਤੇ ਆਮ ਲੋਕਾਂ ਨੂੰ ਵੀ ਮਿਲ ਜਾਂਦਾ ਹੈ, ਲੋਕੀ ਲੈ ਲੈਂਦੇ ਨੇ ਕਾਰਨ ਦੱਸ ਕੇ ਵੀ ਮੈਨੂੰ ਆਪਣੀ ਸੁਰੱਖਿਆ ਲਈ, ਸਿਕਿਉਰਿਟੀ ਲਈ ਚਾਹੀਦਾ, ਮਿਲ ਜਾਂਦਾ, ਲੋਕੀ ਲੈ ਲੈਂਦੇ ਨੇ। ਪਰ ਹਥਿਆਰ ਚਲਾਉਣ ਦੀ ਜੋ ਸਿੱਖਿਆ, ਜੋ ਟ੍ਰੇਨਿੰਗ ਮਿਲਟਰੀ ਫੋਰਸਿਸ ਨੂੰ ਹੈ, ਉਹ ਆਮ ਬੰਦਿਆਂ ਨੂੰ ਥੋੜ੍ਹੀ ਹੁੰਦੀ। ਭਾਵੇਂ 15 ਬੰਦੂਕਾਂ ਕੋਈ ਚੁੱਕੀ ਫਿਰੇ, ਜੇ ਟ੍ਰੇਨਿੰਗ ਨਹੀਂ ਹੈ ਤਾਂ ਕੀ ਕਰ ਲੈਣਾ। ਮਹਾਰਾਜ ਸੱਚੇ ਪਾਤਸ਼ਾਹ ਉਹ ਬੜੇ ਵੈਲ ਟ੍ਰੇਨਡ ਨੇ, ਬੜੇ ਸਿਆਣੇ ਨੇ। ਤੇ ਗਿਣਤੀ ਅਸੀਂ ਪਤਾ ਕੀਤੀ ਉਹਨਾਂ ਦੀ 15,000 ਹੈ। ਛੱਡ ਆਇਓ ਤੁਮ ਮੇਰੇ ਪਰ ਕ੍ਰੋਧਾ ਕਰ ਕ੍ਰੋਧਾ। ਮਹਾਰਾਜ ਸੱਚੇ ਪਾਤਸ਼ਾਹ ਉਹ ਸਾਡੇ ਤੇ ਆਪ ਜੀ ਤੇ ਬੜੇ ਕ੍ਰੋਧ ਨਾਲ ਭਰ ਕੇ ਚੜ੍ਹਾਈ ਕਰਕੇ ਆਏ ਹਨ। ਕੋਲ ਅਸ਼ਟ ਬਾਂਧੇ ਸਮੁਦਾਇ। ਉਹਨਾਂ ਦੇ ਕੋਲ 8 ਟੋਲੇ ਉਹਨਾਂ ਨੇ ਬਣਾਏ ਹਨ। ਸਾਰੇ 15,000 ਫੌਜ ਦੇ 8 ਜਥੇ ਬਣਾਏ ਹਨ। ਚੜ੍ਹਾਏ ਅਬ ਪਰੈ ਲੜਾਈ। ਮਹਾਰਾਜ ਉਹ ਸਾਰੇ ਚੜ੍ਹਾਈ ਕਰਕੇ ਆਏ ਨੇ, ਹੁਣ ਜੰਗ ਮੱਚੇਗਾ। ਹੋ ਜੋ ਤਿਆਰ ਸ਼ਸਤਰ ਸੰਭਾਰੋ। ਤੇ ਆਪ ਜੀ ਦੇ ਚਰਨਾਂ ਵਿੱਚ ਗੁਜ਼ਾਰਿਸ਼ ਹੈ, ਆਪ ਜੀ ਸ਼ਸਤਰ ਸੰਭਾਲੋ ਤੇ ਉਹਨਾਂ ਦੁਸ਼ਟਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ। ਮਹਾਰਾਜ ਜੀ ਦੇ ਕੋਲ ਜ਼ਿਆਦਾ ਯੋਧੇ ਨਹੀਂ ਹੈਗੇ, ਪਰ ਇਹ 15,000 ਚੜ੍ਹ ਕੇ ਆਏ ਨੇ। ਮਹਾਰਾਜ ਜੀ ਦੇ ਕੋਲ ਕੋਈ ਬਹੁਤ ਵੱਡੇ ਕੀਮਤੀ ਤੇ ਬੇਸ਼ਕੀਮਤੀ ਬੰਦੂਕਾਂ ਜਾਂ ਤੋਪਾਂ ਵੀ ਨਹੀਂ ਹੈਗੀਆਂ, ਪਰ ਇਹਨਾਂ ਕੋਲ ਸਾਰਾ ਉਸ ਵੇਲੇ ਦਾ ਜੋ ਉਸ ਸਮੇਂ ਜੋ ਸਭ ਤੋਂ ਵਧੀਆ ਜੰਗੀ ਸਾਜੋ ਸਮਾਨ ਸੀ, ਉਹ ਇਹਨਾਂ ਦੇ ਕੋਲ ਹੈਗਾ ਸੀ। ਜੀਨ ਤੁਰੰਗਮ ਤੂਰੰਡਾਰੋ। ਸੱਚੇ ਪਾਤਸ਼ਾਹ ਬੇਨਤੀ ਹੈ, ਝਟਪਟ ਘੋੜਿਆਂ ਤੇ ਕਾਠੀਆਂ ਪਵਾਓ ਸੂਰਮਿਆਂ ਦੀਆਂ, ਤੇ ਜੰਗ ਲਈ ਤਿਆਰੀ ਦੀ ਆਗਿਆ ਦੇਵੋ। ਸੁਨ ਸਤਿਗੁਰ ਤਬ ਬਾਕ ਉਚਾਰੇ। ਇੱਕ ਵਾਰੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮੁਸਕਰਾ ਪਏ ਮੇਰੇ ਸਾਹਿਬ, ਤੇ ਮੁਸਕਰਾ ਕੇ ਆਖਣ ਲੱਗੇ, ਆਪਣੀ ਰਸਨਾ ਤੋਂ ਇੰਜ ਫਰਮਾਇਆ, ਹਨੋ ਸਿਗਰਹੀ ਚੋਬ ਨਗਾਰੇ। ਆਖਣ ਲੱਗੇ ਝਟਪਟ ਨਗਾਰੇ ਤੇ ਚੋਬ ਲਾ ਦਿਓ, ਅਲਰਟ ਕਰ ਦਿਓ ਸਾਰਿਆਂ ਨੂੰ। ਸੱਜੀ ਸੁਬਟ ਸਕਲ ਹੋਏ ਜਾਓ। ਸਾਰੇ ਸੂਰਮੇ ਜਿਹੜੇ ਨੇ ਉਹ ਸੱਜ ਜਾਵਣ, ਸ਼ਸਤਰ ਆਦਿਕ ਪਹਿਨ ਲੈਣ। ਗੈ ਗੈ ਸ਼ਸਤਰ ਮੋਹੇ ਟਿਗਿਆਓ। ਤੇ ਸਾਰੇ ਸ਼ਸਤਰ ਧਾਰੀ ਹੋ ਕੇ, ਸ਼ਸਤਰ ਸਜਾ ਕੇ, ਸਨੱਧਬੱਧ ਹੋ ਕੇ ਸਾਰੇ ਸਾਡੇ ਕੋਲ ਪਹੁੰਚ ਜਾਵਣ। ਸੁਨ ਗੁਰ ਹੁਕਮ ਜੰਗ ਕੋ ਜਾਣਾ। ਸਾਹਿਬ ਗੁਰੂ ਪਾਤਸ਼ਾਹ ਜੀ ਦਾ ਜਿਹੜਾ ਹੁਕਮ ਹੈ, ਉਸ ਨਾਲ ਜੰਗ ਬਾਰੇ ਪਤਾ ਚੱਲਿਆ। ਸੁਬਟ ਸ਼ਸਤਰ ਗੈ ਭੇ ਸਵਧਾਨਾ। ਔਰ ਪਤਾ ਚੱਲਦਿਆਂ ਹੀ ਜਿਹੜੇ ਮਹਾਰਾਜ ਜੀ ਦੇ ਸੰਤ ਸਿਪਾਹੀ ਨੇ, ਸੁਭਾਟ ਦਾ ਮਤਲਬ ਸੰਤ ਸਿਪਾਹੀ, ਜਿਨ੍ਹਾਂ ਨੂੰ ਸਵੇਰੇ ਦੇਖੀਏ ਜਾਪ ਕਰਦਿਆਂ ਤੇ ਦੁਨੀਆ ਦੇ ਸਭ ਤੋਂ ਵੱਡੇ ਰਿਸ਼ੀ ਇਹੀ ਲੱਗਦੇ। ਫਿਰ ਮੈਦਾਨੇ ਜੰਗ ਵਿੱਚ ਦੇਖੀਏ ਹੱਥ ਵਿੱਚ ਸ੍ਰੀ ਸਾਹਿਬ ਪਕੜ ਕੇ ਤੇ ਅਕਾਲ ਪੁਰਖ ਦੀ ਜੈ ਜੈਕਾਰ ਕਰਦਿਆਂ ਜਦ ਧਰਮ ਦੋਖੀਆਂ ਦਾ ਸੰਹਾਰ ਕਰਦੇ ਨੇ, ਫਿਰ ਸੰਸਾਰ ਦੇ ਸਭ ਤੋਂ ਵੱਡੇ ਫੌਜੀ ਜਰਨੈਲ ਇਹੀ ਲੱਗਦੇ ਨੇ। ਤੇ ਟੋਕਰਾ ਪ੍ਰਸਾਦਿਆਂ ਦਾ ਲੈ ਕੇ, ਦਵਾਈਆਂ ਲੈ ਕੇ, ਬਿਸਤਰੇ ਲੈ ਕੇ, ਬਸਤਰ ਲੈ ਕੇ ਜਦ ਲੋੜਵੰਦਾਂ ਤੱਕ ਪਹੁੰਚ ਜਾਂਦੇ ਨੇ, ਤੇ ਦੁਨੀਆ ਦੇ ਸਭ ਤੋਂ ਵੱਡੇ ਦਾਨੀ ਵੀ ਇਹੀ ਲੱਗਦੇ।
ਫਿਰ ਜਦ ਮਹਾਰਾਜ ਜੀ ਦੀ ਬਾਣੀ ਪੜ੍ਹ ਰਹੇ ਹੁੰਦੇ ਨੇ, ਪਾਠ ਕਰ ਰਹੇ ਹੁੰਦੇ ਨੇ, ਵਿਚਾਰ ਕਰ ਰਹੇ ਹੁੰਦੇ ਨੇ, ਫਿਰ ਸੰਸਾਰ ਦੇ ਸਭ ਤੋਂ ਵੱਡੇ ਗਿਆਨੀ ਵੀ ਇਹੀ ਲੱਗਦੇ ਨੇ। ਸਾਰੇ ਗੁਣ ਗੁਰੂ ਨਾਨਕ ਨੇ ਆਪਣੇ ਸਿੱਖਾਂ ਵਿੱਚ ਰੱਖੇ ਨੇ। ਸਭ ਤੋਂ ਵਧੀਆ ਕਾਰੋਬਾਰੀ, ਵਧੀਆ ਖੇਤੀਬਾੜੀ ਕਰਨ ਵਾਲੇ, ਵਧੀਆ ਮੈਦਾਨੇ ਜੰਗ ਵਿੱਚ ਪਰਫਾਰਮ ਕਰਨ ਵਾਲੇ ਔਰ ਵਧੀਆ ਇਖਲਾਕ ਵਾਲੇ। ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ। ਇਸ ਢੰਗ ਨਾਲ ਇਹਨਾਂ ਦੇ ਜੀਵਨ ਦਾ ਜਿਹੜਾ ਵੀ ਪੱਖ ਦੇਖੀਏ, ਗੁਰੂ ਪਾਤਸ਼ਾਹ ਜੀ ਦੇ ਸਿੱਖਾਂ ਦਾ ਹਰ ਪੱਖ ਪਲੱਸ ਨਿਕਲੇਗਾ, ਮਾਈਨਸ ਕੋਈ ਨਹੀਂ ਨਿਕਲੇਗਾ, ਬਸ਼ਰਤੇ ਗੁਰੂ ਦੀ ਗੱਲ ਮੰਨਣ ਵਾਲਾ ਸਿੱਖ ਹੋਵੇ, ਆਪਣੀ ਮਰਜ਼ੀ ਕਰਨ ਵਾਲਾ ਨਾ ਹੋਵੇ। ਇਸ ਲਈ ਸ਼ਬਦ ਭਾਈ ਸਾਹਿਬ ਜੀ ਨੇ ਸੁਭੱਟ ਵਰਤਿਆ ਹੈ। ਸੁਭੱਟ ਸ਼ਸਤਰ ਗਏ ਭੈ ਸਾਵਧਾਨਾ। ਸੰਤ ਸਿਪਾਹੀ ਮਹਾਰਾਜ ਜੀ ਦੇ ਸਾਵਧਾਨ ਹੋ ਗਏ ਸ਼ਸਤਰ ਉਠਾ ਕੇ। ਜੱਟੂ ਗਏ ਤੁਫੰਗ ਤਵੇ ਆਇਓ। ਸਭ ਤੋਂ ਪਹਿਲਾਂ ਜਿਹੜਾ ਸੂਰਮਾ ਮਹਾਰਾਜ ਜੀ ਦੇ ਕੋਲ ਆਇਆ ਬੰਦੂਕ ਪਕੜੀ ਹੋਈ, ਉਹਦਾ ਨਾਮ ਭਾਈ ਜੱਟੂ ਹੈ। ਉਹ ਮਹਾਰਾਜ ਜੀ ਦੇ ਹਾਜ਼ਰ ਹੋਇਆ। ਸ੍ਰੀ ਹਰਗੋਬਿੰਦ ਅਲਾਇਓ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਦੇਖਦਿਆਂ ਕਿਹਾ, ਸਾਹਿਬ ਜੀ ਨੇ ਲਿਓ ਸੰਗ ਜੁਗ ਸਤੇ ਅਸਵਾਰ। ਮਹਾਰਾਜ ਮੇਰੀ ਪੀਰੀ ਦੇ ਦਾਤੇ ਕਹਿਣ ਲੱਗੇ, ਭਾਈ ਜੱਟੂ ਆਪਣੇ ਨਾਲ 100 ਸਵਾਰ ਘੋੜ ਸਵਾਰ ਲੈ, 100 ਸੂਰਮਿਆਂ ਦੀ ਕਮਾਂਡ ਤੂੰ ਕਰਨੀ ਹੈ। ਹਾਂਜੀ, ਲਿਓ ਸੰਗ ਜੁਗ ਸਤੇ ਅਸਵਾਰ। ਆਪਣੇ ਨਾਲ 200 ਸਵਾਰ ਘੋੜ ਸਵਾਰ ਲਵੋ। ਖਰੇ ਅਗਾਰੀ ਹੋ ਸਪਾਰ। ਸਭ ਤੋਂ ਅੱਗੇ ਤੁਸੀਂ ਚੱਲਣਾ ਹੈ, 200 ਸੂਰਮਿਆਂ ਦੀ ਕਮਾਂਡ ਕਰਦੇ ਹੋਏ। ਰਾਖੋ ਤੁਪਕ ਤਿਆਰ ਕਰ ਸਾਰੀ। ਤੇ 200 ਦੇ 200 ਆਪਣੀਆਂ ਬੰਦੂਕਾਂ ਤਿਆਰ ਕਰਕੇ ਰੱਖੋ। ਉਹਨਾਂ ਦਿਨਾਂ ਵਿੱਚ ਅੱਜ ਦੀ ਤਰ੍ਹਾਂ ਸਵਚਾਲਿਤ ਹਥਿਆਰ ਨਹੀਂ ਸਨ, ਆਟੋਮੈਟਿਕ ਨਹੀਂ ਸਨ। ਅੱਜ ਕੱਲ੍ਹ ਤੇ ਸਾਰਾ ਕੁਝ ਕਹਿੰਦੇ ਨੇ ਵੀ ਰਿਮੋਟ ਕੰਟਰੋਲ ਹੀ ਹੋ ਗਿਆ, ਮੈਦਾਨ ਮੋਰਚੇ ਵਿੱਚ ਜਾਣ ਦੀ ਲੋੜ ਹੀ ਨਹੀਂ। ਕਿਤੇ ਦੂਰ ਦਰਾਜ਼ ਮੀਲਾਂ ਦੀ ਦੂਰੀ ਤੇ ਬੈਠੇ ਹੋਏ ਰਿਮੋਟ ਨਾਲ ਹੀ ਕੰਮ ਕਰੀ ਜਾਂਦੇ ਨੇ। ਅੱਜ ਕੱਲ੍ਹ ਤੇ ਬਿਨਾਂ ਬੰਦਿਆਂ ਤੋਂ ਹਵਾਈ ਜਹਾਜ਼ ਚੱਲਦੇ। ਮੈਂ ਬੜਾ ਚਿਰ ਪਹਿਲੇ ਨਾ ਜਾਪਾਨ ਵਿੱਚ ਸੀ ਤੇ ਉੱਥੇ ਟ੍ਰੇਨ ਦੇਖੀ ਜਿਹਦੇ ਵਿੱਚ ਡਰਾਈਵਰ ਨਹੀਂ ਹੈਗਾ ਸੀ, ਬਿਨਾਂ ਡਰਾਈਵਰ ਤੋਂ ਟ੍ਰੇਨ ਚੱਲਦੀ ਸੀ। ਤੇ ਟਰੈਕ ਵੀ ਸਿੰਗਲ, ਜਿੱਥੇ ਦੂਜੀ ਟ੍ਰੇਨ ਆਉਂਦੀ ਹੈ ਉਹਦੇ ਥੋੜਾ ਜਿਹਾ ਘੁੰਡੀ ਜਿਹੀ ਬਣੀ ਹੈ, ਇੱਕ ਇੱਧਰ ਨੂੰ ਹੋ ਜਾਂਦੀ ਹੈ, ਦੂਜੀ ਇੱਧਰ ਨੂੰ ਹੋ ਜਾਂਦੀ ਹੈ, ਤੇ ਟਾਈਮ ਸੈਟਿੰਗ ਹੈਗੀ। ਤੇ ਮੈਂ ਸਭ ਤੋਂ ਅਗਲੇ ਡੱਬੇ ਵਿੱਚ ਜਾ ਕੇ ਬੈਠਿਆ। ਮੈਂ ਕਿਹਾ ਦੇਖਣਾ ਹੈ ਚੱਲਦੀ ਕਿਵੇਂ। ਕੁਛ ਵੀ ਨਹੀਂ, ਕੋਈ ਬੰਦਾ ਨਹੀਂ, ਆਟੋਮੈਟਿਕ ਚੱਲਦੀ। ਤੇ ਹੁਣ ਅੱਜ ਕੱਲ੍ਹ ਹਵਾਈ ਜਹਾਜ਼ ਵੀ ਨੇ ਜਿਹੜੇ ਬਿਨਾਂ ਪਾਇਲਟ ਦੇ ਨੇ, ਚੱਲਦੇ ਨੇ, ਡਰੋਨ ਚੱਲਦੇ ਪਏ ਨੇ। ਅੱਜ ਵਾਂਗੂ ਉਸ ਵੇਲੇ ਹਥਿਆਰ ਨਹੀਂ ਸਨ। ਉਦੋਂ ਤੋੜੇਦਾਰ ਬੰਦੂਕਾਂ ਹੁੰਦੀਆਂ ਸਨ। ਪਹਿਲੇ ਉਹਦੇ ਵਿੱਚ ਬਾਰੂਦ ਪਾਉਣਾ, ਫਿਰ ਗਜ਼ ਨਾਲ ਉੱਪਰੋਂ ਉਸ ਨੂੰ ਟਾਈਟ ਕਰਨਾ, ਕੁੱਟਣਾ, ਤੇ ਫਿਰ ਅੱਗ ਲਗਾ ਕੇ ਚਲਾਉਣਾ। ਇਹ ਤਰੀਕਾ ਸੀ। ਤੇ ਮਹਾਰਾਜ ਕਹਿਣ ਲੱਗੇ, ਸਾਰੀਆਂ ਬੰਦੂਕਾਂ ਤਿਆਰ ਕਰ ਲਓ। ਨਾਲ ਹੋਰ ਤਿਆਰ ਕਰਨ ਵਾਲੇ ਸਹਾਇਕ ਵੀ ਹੁੰਦੇ ਸਨ, ਵੀ ਜਿਹੜਾ ਨਿਸ਼ਾਨਚੀ ਹੈ ਸੂਰਮਾ, ਉਹਨੇ ਨਿਸ਼ਾਨਾ ਲਗਾਉਣਾ ਹੈ। ਤੇ ਝਟਪਟ ਨਾਲ ਦਿਆਂ ਨੇ ਤਿਆਰ ਕਰ ਕਰਕੇ ਪਕੜਾਉਣੀਆਂ।
ਅੱਜ ਵਾਂਗੂ ਨਹੀਂ ਸੀ ਵੀ ਇੱਕੋ ਬਟਨ ਦਬਾਇਆ ਕਈ ਗੋਲੀਆਂ ਚੱਲ ਜਾਣ। ਇਸ ਤਰ੍ਹਾਂ ਦਾ ਸਿਸਟਮ ਉਸ ਵੇਲੇ ਅਜੇ ਨਹੀਂ ਸੀ। ਇਸ ਲਈ ਸਾਹਿਬ ਨੇ ਕਿਹਾ ਬਈ ਸਾਰੇ ਆਪਣੀਆਂ ਆਪਣੀਆਂ ਬੰਦੂਕਾਂ ਤਿਆਰ ਕਰ ਲਵੋ। ਪਰ ਨੇਰ ਦਿਓ ਇੱਕ ਬਿਰ ਮਾਰੀ। ਤੇ ਜਦੋਂ ਤੁਹਾਡੀ ਰੇਂਜ ਥੱਲੇ ਆ ਜਾਣ ਫਿਰ ਇੱਕੋ ਦਮ ਚਲਾ ਦੇਣ। 200 ਬੰਦੂਕਾਂ ਇੱਕੋ ਦਮ ਚੱਲਣ ਦੇ ਅੱਗੇ ਬਚਦਾ ਕੀ ਹੈ? ਇਸ ਤਰ੍ਹਾਂ ਸਾਹਿਬ ਜੀਆਂ ਨੇ ਕਿਹਾ ਇਕੱਠੀਆਂ ਚਲਾ ਦੇਣੀਆਂ ਇੱਕੋ ਵਾਰੀ। ਉਨ ਕਲਿਆਣੇ ਕੀ ਦਿਸਹਿਰਾ। ਮਹਾਰਾਜ ਜੀ ਦਾ ਦੂਜਾ ਜਰਨੈਲ ਭਾਈ ਕਲਿਆਣਾ ਜੀ, ਇਹਨੇ ਨੂੰ ਉਹ ਵੀ ਪਹਿਲੇ ਸਭ ਤੋਂ ਭਾਈ ਜੱਟੂ ਪਹੁੰਚ ਗਏ, ਫਿਰ ਦੂਜੇ ਜਰਨੈਲ ਭਾਈ ਕਲਿਆਣਾ ਜੀ, ਬੜੇ ਮਹਾਨ ਗੁਰਸਿੱਖ ਬ੍ਰਹਮ ਗਿਆਨੀ ਅਵਸਥਾ ਦੇ ਮਾਲਕ। ਉਹਨਾਂ ਵੱਲ ਸਾਹਿਬ ਜੀਆਂ ਨੇ ਦੇਖਿਆ। 100 ਅਸਵਾਰ ਦੀਨ ਤਿਸ ਵੇਰਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਕਲਿਆਣਾ ਜੀ ਤੁਸੀਂ 100 ਸਵਾਰ ਨਾਲ ਲੈਣਾ, ਤੁਸੀਂ 100 ਦੇ ਜਥੇ ਦੀ ਕਮਾਂਡ ਕਰਨੀ ਹੈ। ਤਾਤ ਕਾਲ ਤੋਰੇ ਸੋ ਲਗਾਵੋ। ਤੇ ਝਟਪਟ ਬੰਦੂਕਾਂ ਦੇ ਤੋੜੇ ਤਿਆਰ ਕਰੀ ਜਾਣੇ, ਚਲਾ ਕੇ ਝਟਪਟ ਦੂਜੀ ਵਾਰ ਉਹਨੂੰ ਚਲਾਉਣ ਦੇ ਯੋਗ ਬਣਾਉਣਾ ਹੈ। ਤੋ ਤੁਫੰਗੇ ਆਪ ਬਚਾਵੋ। ਆਪਣਾ ਆਪ ਦਾ ਬਚਾਓ ਕਰਕੇ ਤੇ ਦੁਸ਼ਮਣ ਜਿਹੜੇ ਆਏ ਨੇ, ਕਿਉਂਕਿ ਦੁਸ਼ਮਣਾਂ ਨੂੰ ਮਾਰਨਾ ਪਾਪ ਨਹੀਂ ਹੁੰਦਾ। ਸ਼੍ਰੀ ਰਾਮ ਨੇ ਹੀ ਕਿਹਾ ਸੀ ਬਾਲੀ ਨੂੰ ਵੀ ਤੇਰੇ ਵਰਗੇ ਨੂੰ ਮਾਰਨ ਦਾ ਪਾਪ ਨਹੀਂ ਹੁੰਦਾ। ਜਦੋਂ ਨੇ ਕਿਹਾ ਭਗਵਾਨ ਤੁਸੀਂ ਮੈਨੂੰ ਤੀਰ ਮਾਰ ਦਿੱਤਾ, ਮੈਨੂੰ ਖਤਮ ਕਰ ਦਿੱਤਾ, ਬੜਾ ਪਾਪ ਕੀਤਾ ਹੈ। ਤੇ ਸ਼੍ਰੀ ਰਾਮ ਕਹਿਣ ਲੱਗੇ ਗੱਲ ਇਹ ਹੈਗੀ ਹੈ, ਤੇਰੇ ਵਰਗਾ ਮਨੁੱਖ ਜਿਹੜਾ ਚਰਿੱਤਰਹੀਣ ਹੋਵੇ, ਅਨਜ ਬਧੂ ਭਗਨੀ ਸੁਤ ਨਾਰੀ, ਹੇ ਸਠ ਏ ਕੰਨਿਆ ਸਮਚਾਰੀ, ਤਾਹੇ ਕੁਦ੍ਰਿਸ਼ਟ ਬਿਲੋਕਹਿ ਜੋਈ, ਤਾਹੇ ਬਦੇ ਕਛ ਪਾਪ ਨਾ ਹੋਈ। ਤੇਰੇ ਵਰਗੇ ਪਾਮਰ ਨੂੰ ਮਾਰਨਾ ਪਾਪ ਨਹੀਂ ਹੁੰਦਾ, ਤੇਰੇ ਵਰਗੇ ਚੰਡਾਲ ਨੂੰ ਮਾਰਨਾ ਪਾਪ ਨਹੀਂ ਹੁੰਦਾ, ਤੇਰੇ ਵਰਗੇ ਕਰੈਕਟਰ ਲੈਸ ਬੰਦੇ ਨੂੰ ਮਾਰਨਾ ਪਾਪ ਨਹੀਂ ਹੁੰਦਾ। ਇਹ ਦੁਆਤਰੇਤੇ ਦੇ ਮਹਾਨ ਅਵਤਾਰੀ ਪੁਰਸ਼, ਸਾਡੇ ਦੇਸ਼ ਦੇ ਪੂਜਨੀਕ ਅਵਤਾਰੀ ਪੁਰਸ਼ ਸ਼੍ਰੀ ਰਾਮ ਕਹਿੰਦੇ ਪਏ। ਮਹਾਰਾਜ ਕਹਿਣ ਲੱਗੇ ਜਦ ਰੇਂਜ ਵਿੱਚ ਆ ਜਾਣ ਪਰ ਇੱਕਦਮ 200 ਦੀਆਂ 200 ਬੰਦੂਕਾਂ ਤੁਸੀਂ ਚਲਾਣੀ। ਪਹਿਲੇ ਇਹਨੂੰ 200 ਕਿਹਾ ਭਾਈ ਜੱਟੂ ਜੀ ਨੂੰ, ਇਹਨਾਂ ਨੂੰ 100 ਕਿਹਾ। 300 ਬੰਦੂਕਾਂ ਇਕੱਠੀਆਂ ਚਲਾਉਣੀਆਂ ਨੇ ਤੇ ਨਾਲ ਭਰ ਭਰ ਕੇ ਰੱਖੀ ਜਾਣੀਆਂ ਹਨ। ਨਾਨੋ ਇੱਕ ਆਜੁਧ ਧਾਰੀ। ਤੇ ਫਿਰ ਭਾਈ ਨਾਨੋ ਜੀ ਤੀਸਰੇ ਹਾਜ਼ਰ ਹੋਏ, ਕਿਉਂਕਿ ਜਿਉਂ ਨਗਾਰਾ ਵੱਜਿਆ ਨਾ, ਜੰਗ ਦਾ ਜੰਗੀ ਨਗਾਰਾ ਵੱਜਿਆ, ਫਿਰ ਜਿੱਥੇ ਜਿੱਥੇ ਕੋਈ ਸੀ ਉਹ ਤਿਆਰ ਹੋ ਕੇ ਆਉਣ ਲੱਗ। ਪਹਿਲੇ ਭਾਈ ਜੱਟੂ ਜੀ, ਫਿਰ ਭਾਈ ਕਲਿਆਣਾ ਜੀ, ਤੇ ਹੁਣ ਭਾਈ ਨਾਨੋ ਜੀ ਆਪ ਪਹੁੰਚੇ ਹਨ, ਸ਼ਸਤਰ ਧਾਰੀ ਹਨ। ਸ਼ਤਰੂ ਪ੍ਰਹਾਰਨ ਮੈਂ ਬਲ ਭਾਰੀ। ਉਹ ਸ਼ਤਰੂਆਂ ਨੂੰ ਮਾਰਨ ਵਿੱਚ ਭਾਰੀ ਬਲ ਰੱਖਦੇ ਨੇ, ਬਹੁਤ ਤਾਕਤਵਰ ਹਨ। ਤਿਸ ਕੋ ਸੰਗ ਤੀਨ ਸੈ ਕੀਨੇ। ਸੱਚੇ ਪਾਤਸ਼ਾਹ ਨੇ ਇਹਨਾਂ ਦੇ ਨਾਲ ਭਾਈ ਨਾਨੋ ਜੀ ਦੇ ਨਾਲ 300 ਸੂਰਮੇ ਦਿੱਤੇ, ਆਖਿਆ ਤੁਸੀਂ 300 ਦੀ ਕਮਾਂਡ ਕਰਨੀ ਹੈ। ਤੋ ਮਲੇਛਨ ਕੋ ਬਲ ਪੀਨੇ। ਤੇ ਵੱਡਾ ਬਲ ਲਾ ਕੇ ਮਲੇਸ਼ਾਂ ਨੂੰ ਖਤਮ ਕਰ ਦਿਓ, ਰਹਿਣ ਨਹੀਂ ਦੇਣਾ। ਬਹੁਰ ਪਿਰਾਗਾ ਚਲ ਕਰ ਆਇਓ। ਤੇ ਫਿਰ ਭਾਈ ਪਰਾਗਾ ਜੀ, ਮਹਾਨ ਗੁਰਸਿੱਖ, ਮਹਾਨ ਕਰਨੀ ਵਾਲੇ ਸੂਰਬੀਰ, ਮਹਾਰਾਜ ਜੀ ਦੇ ਸਿਪਾਹ ਸਲਾਰ, ਉਹ ਆ ਪਹੁੰਚੇ ਹਨ। ਕਿਰਪਾ ਦ੍ਰਿਸ਼ਟ ਤੇ ਗੁਰ ਦਰਸਾਇਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਰ ਦੀ ਦ੍ਰਿਸ਼ਟੀ ਨਾਲ ਇਹਨਾਂ ਵੱਲ ਦੇਖਿਆ, ਉਹ ਮਹਾਰਾਜ ਜੀ ਦਾ ਦਰਸ਼ਨ ਕਰ ਰਹੇ ਹਨ। ਕਰੇ ਪੰਜ ਸੈ ਸੂਰਾ ਸੰਗ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਪਰਾਗਾ ਜੀ ਨੂੰ 500 ਸੂਰਮਿਆਂ ਦੀ ਕਮਾਂਡ ਦਿੱਤੀ। ਹੁਣ ਤੁਸੀਂ ਗਿਣਦੇ ਜਾਣਾ, ਪਹਿਲੇ 200, ਫਿਰ 300, ਫਿਰ 100, 600 ਤੇ 500 ਇਹਨਾਂ ਨੂੰ। ਇਸ ਤਰ੍ਹਾਂ 1100
ਸੂਰਮੇ ਮਹਾਰਾਜ ਨੇ ਵੰਡ ਦਿੱਤੇ। ਕਹਿਓ ਕਿਰੋ ਕੋ ਆਗਾ ਜੰਗ। ਔਰ ਇਸ ਤਰ੍ਹਾਂ ਦੇ ਨਾਲ ਸਾਹਿਬ ਕਹਿਣ ਲੱਗੇ, ਭਾਈ ਪ੍ਰਾਗਾ ਜੀ ਤੁਸੀਂ ਅੱਗੇ ਚੱਲਣਾ ਹੈ ਤੇ ਜੰਗ ਦਾ ਅੱਗਾ ਰੋਕਣਾ ਹੈ, ਸੈਨਾ ਨੂੰ ਅੱਗੇ ਨਹੀਂ ਆਉਣ ਦੇਣਾ। ਸਨਮੁਖ ਪੱਥਰਾ ਦੇਖਨ ਕਰੇ, ਸਨਮੁਖ ਮਥਰਾ ਦੇਖਨ ਕਰਿਓ। ਤੇ ਫਿਰ ਇਸ ਢੰਗ ਦੇ ਨਾਲ ਪਹਿਲੇ ਭਾਈ ਜੱਟੂ ਜੀ, ਫਿਰ ਭਾਈ ਕਲਿਆਣਾ ਜੀ, ਫਿਰ ਭਾਈ ਨਾਨੋ ਜੀ, ਤੇ ਇਸ ਢੰਗ ਦੇ ਨਾਲ ਹੁਣ ਭਾਈ ਪ੍ਰਾਗਾ ਜੀ, ਤੇ ਉਹਨਾਂ ਤੋਂ ਬਾਅਦ ਪੰਜਵੇਂ ਭਾਈ ਮਥੁਰਾ ਜੀ। ਇਹ ਵੀ ਬੜੇ ਮਹਾਨ ਸੂਰਮੇ ਨੇ, ਬੜੇ ਦਲੇਰ ਨੇ, ਬਾਣੀ ਪੜ੍ਹਨ ਵਾਲੇ ਨੇ, ਜਾਪ ਕਰਨ ਵਾਲੇ ਨੇ, ਤੇ ਰੋਮ ਰੋਮ ਕਰਕੇ ਸਤਿਗੁਰੂ ਜੀ ਨੂੰ ਸਮਰਪਿਤ ਨੇ। ਉਹ ਆਏ ਹਨ, ਉਹਨਾਂ ਨੇ ਮੱਥਾ ਟੇਕਿਆ। ਮਹਾਵੀਰ ਵੱਡਿਆ ਯੁੱਧ ਤਰਿਓ। ਇਹ ਵੀ ਭਾਈ ਸਾਹਿਬ ਕਹਿੰਦੇ ਨੇ ਮਹਾਵੀਰ ਸੀ, ਸੂਰਮਾ ਸੀ, ਸਾਡੇ ਵਾਂਗੂ ਨਹੀਂ ਵੀ 2 ਪੌੜੀਆਂ ਚੜ੍ਹੇ ਤੇ ਸਾਹ ਹਾਫ ਜਾਏ ਤੇ ਫਿਰ ਚੱਲਿਆ ਨਾ ਜਾਏ, ਆਖੇ 5 ਮਿੰਟ ਖਲੋ ਜਾਓ ਫੇਰ ਚੱਲਦੇ। ਸਿੱਖ ਜਿਹੜਾ ਹੁੰਦਾ ਹੀ ਸੂਰਬੀਰ ਹੈ, ਸਿੱਖੀ ਸੂਰਬੀਰਤਾ ਨਾਲ ਹੀ ਜਿਹੜੀ ਇਹ ਚੱਲਦੀ ਹੈ। ਕੀ ਸੰਗ 4 ਸੈ ਘੋਰਾ। ਸੱਚੇ ਪਾਤਸ਼ਾਹ ਨੇ ਭਾਈ ਮਥੁਰਾ ਜੀ ਨੂੰ 400 ਘੋੜ ਸਵਾਰ ਦਿੱਤੇ ਹਨ ਜੀ। ਕਹਿਓ ਹਤੋ ਤੁਰ ਕੰਦਿਹੁ ਮੋਰਾ। ਮਹਾਰਾਜ ਕਹਿਣ ਲੱਗੇ, ਭਾਈ ਮਥੁਰਾ ਜੀ ਤੁਸੀਂ 400 ਘੋੜ ਸਵਾਰ ਨਾਲ ਲੈ ਕੇ ਤੇ ਦੁਸ਼ਮਣਾਂ ਦੇ ਆਹੂ ਲਾ ਦੇਣੇ ਨੇ, ਤੇ ਇਹਨਾਂ ਦਾ ਮੂੰਹ ਮੋੜ ਦੇਣਾ ਹੈ ਪਿੱਛੇ ਨੂੰ। ਗੁਰੂ ਨਿਕਟ ਪੁਨ ਜਗਨਾ ਖਰਿਓ। ਇਸ ਤਰ੍ਹਾਂ ਫਿਰ ਸੇਵਾ ਸਿੱਖ ਭਾਈ ਜਗਨਾ ਮਹਾਰਾਜ ਜੀ ਦੇ ਕੋਲ ਆ ਪਹੁੰਚਿਆ, ਜਿਹੜਾ ਅੰਦਰੋਂ ਜਗਿਆ ਹੋਇਆ ਹੈ, ਜਿਹੜਾ ਅੰਦਰੋਂ ਪ੍ਰਕਾਸ਼ਿਤ ਹੈ। ਹਾਂਜੀ, ਕਿਰਪਾ ਤਾਰ ਤਿਸ ਔਰ ਨਿਹਰਿਓ। ਤੇ ਮਹਿਮਾ ਦੇ ਮਾਲਕ ਮੇਰੀਆਂ ਪੀਰੀਆਂ ਦੇ ਦਾਤੇ ਸਤਿਗੁਰੂ ਜੀ ਨੇ ਮਿਹਰ ਕਰਕੇ ਬਖਸ਼ਿਸ਼ ਕਰਕੇ ਤੇ ਭਾਈ ਜਗਨਾ ਜੀ ਵੱਲ ਤੱਕਿਆ ਹੈ। ਇਸਕੇ ਸੰਗ ਸੁਵਟ 100 ਕਰੇ। ਉਸ ਨੂੰ ਵੀ ਮਹਾਰਾਜ ਨੇ 100 ਸੂਰਮਿਆਂ ਦਾ ਜਥੇਦਾਰ ਬਣਾਇਆ। ਅਤੋ ਤੁਫੰਗ ਸਤਰੂ ਅਰ ਪਰੇ। ਮਹਾਰਾਜ ਕਹਿਣ ਲੱਗੇ, ਤੁਸੀਂ ਵੀ ਬੰਦੂਕਾਂ ਸੰਭਾਲੋ ਤੇ ਸ਼ਤਰੂਆਂ ਤੇ ਜਾ ਪਵੋ, ਨਾਸ਼ ਕਰ ਦੇਵੋ ਉਹਨਾਂ ਦਾ। ਪਰਸਰਾਮ ਸਕਤੂ ਦੁਇ ਆਏ। ਇਸ ਤਰ੍ਹਾਂ ਫਿਰ 2 ਹੋਰ ਸਿੱਖ ਆਏ ਨੇ, ਇੱਕ ਦਾ ਨਾਮ ਭਾਈ ਪਰਸਰਾਮ ਜੀ ਹੈ ਤੇ ਦੂਜੇ ਦਾ ਨਾਮ ਭਾਈ ਸ਼ਕਤੂ ਜੀ ਹੈ। ਸ਼ਕਤੀਸ਼ਾਲੀ ਹੋਵੇਗਾ, ਦੂਜਾ ਰਾਮ ਨੂੰ ਅੰਦਰੋਂ ਸਪਰਸ਼ ਕੀਤਾ ਹੋਵੇਗਾ, ਪ੍ਰਮਾਤਮਾ ਨਾਲ, ਗੁਰੂ ਨਾਲ ਜੁੜਿਆ ਹੋਇਆ। ਇਹ 2 ਗੁਰਸਿੱਖ ਹੋਰ ਆਏ ਹਨ। ਤਰਕਸ ਧਨੁਕ ਸਰੀਰ ਸਜਾਏ। ਇਹਨਾਂ ਨੇ ਵੀ ਮੋਢਿਆਂ ਤੇ ਵੱਡੇ ਤੀਰਾਂ ਨਾਲ ਭਰੇ ਹੋਏ ਪੱਥੇ ਰੱਖੇ ਨੇ ਤੇ ਨਾਲ ਕਮਾਨ ਹੈ। ਜਿਨਕੇ ਬਾਨ ਗਿਨੇ ਭਟ ਮਾਹੀ। ਇਹ ਇੰਨੇ ਵਧੀਆ ਤੀਰ ਅੰਦਾਜ਼ ਨੇ ਬਈ ਇਹਨਾਂ ਦੇ ਤੀਰ ਚਲਾਉਣ ਦੀ ਚਰਚਾ ਸੂਰਮਿਆਂ ਵਿੱਚ ਹੈ ਕਿ ਭਾਈ ਸ਼ਕਤੂ ਤੇ ਭਾਈ ਪਰਸ਼ੁਰਾਮ, ਇਹਨਾਂ ਵਰਗਾ ਤੀਰ ਅੰਦਾਜ਼ ਦੂਜਾ ਕੋਈ ਨਹੀਂ। ਇੰਝ ਕਹਿ ਲਓ ਸਤਿਗੁਰੂ ਜੀ ਤੋਂ ਬਾਅਦ ਸਭ ਤੋਂ ਜ਼ਿਆਦਾ ਵਧੀਆ ਤੀਰ ਅੰਦਾਜ਼ ਇਹ ਨੇ ਭਾਈ ਸ਼ਕਤੂ ਜੀ ਤੇ ਭਾਈ ਪਰਸ਼ੁਰਾਮ ਜੀ। ਅਤੇ ਸਤਰੂ ਸੋ ਬਾਚਤ ਨਾਹੀ। ਬਸ ਇਹਨਾਂ ਦਾ ਤੀਰ ਚੱਲਦਾ ਹੈ ਤੇ ਦੁਸ਼ਮਣਾਂ ਦੇ ਵਿੱਚੋਂ ਲੰਘ ਜਾਂਦਾ, ਅਗਲਾ ਬਚ ਨਹੀਂ ਸਕਦਾ। ਇਤਨੇ ਵਧੀਆ ਇਹ ਤੀਰ ਅੰਦਾਜ਼ ਹਨ ਦੋਵੇਂ। ਪਰਸ਼ੁਰਾਮ ਸੰਗ 200 ਦੀਨੋ। ਭਾਈ ਸ਼ਕਤੂ ਜੀ ਨੂੰ 100 ਤੇ ਭਾਈ ਪਰਸ਼ੁਰਾਮ ਜੀ ਨੂੰ 200 ਸੈਨਿਕ ਮਹਾਰਾਜ ਨੇ ਦਿੱਤੇ। ਸਕਤੂ ਕੋ ਗੁਰ ਨਿਜ ਸੰਗ ਲੀਨੋ। ਤੇ ਭਾਈ ਸ਼ਕਤੂ ਨੂੰ ਕਿਹਾ, ਤੁਸੀਂ ਸਾਡੇ ਨਾਲ ਚੱਲਣਾ। ਜਥੇ ਵੱਖਰੇ ਵੱਖਰੇ ਜਾਣਗੇ। ਮਹਾਰਾਜ ਜੀ ਨੇ ਜਿਵੇਂ ਉਹਨਾਂ ਨੇ 8 ਟੋਲੇ ਬਣਾਏ ਨੇ, ਮਹਾਰਾਜ ਨੇ ਵੀ 8 ਜਥੇ ਬਣਾਏ ਤੇ ਇਹਨਾਂ ਨੂੰ ਕਿਹਾ ਤੁਸੀਂ ਸਾਡੇ ਨਾਲ ਚੱਲਣਾ ਹੈ। ਹਾਂਜੀ, ਮੋਲਕ ਜਾਤੀ ਮਲਕ ਆਨੰਦ। ਇਸ ਤਰ੍ਹਾਂ ਭਾਈ ਮੋਲਕ ਜਾਤੀ ਮਲਕ ਤੇ ਭਾਈ ਆਨੰਦਾ ਵਿਧੀ ਆਇਆ ਦਿਕ ਬੀਰ ਬਿਲੰਦਾ। ਤੇ ਮਹਾਨ ਗੁਰਸਿੱਖ ਬਹਾਦਰ ਬਾਬਾ ਬਿਧੀ ਚੰਦ ਜੀ, ਜੋ ਬਹੁਤ ਵੱਡੇ ਸੂਰਮੇ ਹਨ ਤੇ ਉਹਨਾਂ ਵਰਗੇ ਹੋਰ। ਇਹ ਸਭ ਰਾਖੇ ਆਪਣੇ ਸੰਗ। ਭਾਈ ਮੋਲਕ, ਭਾਈ ਜਾਤੀ ਮਲਕ, ਭਾਈ ਆਨੰਦਾ, ਭਾਈ ਬਿਧੀ ਚੰਦ, ਭਾਈ ਸ਼ਕਤੂ ਜੀ,
ਇਹਨਾਂ ਨੂੰ ਮਹਾਰਾਜ ਨੇ ਆਪਣੇ ਨਾਲ ਰਹਿਣ ਲਈ ਆਖਿਆ। ਕਰ ਬਹਿ ਤੇਰੀ 500 ਜੰਗ। ਇਹ ਜੋ ਦੂਸ਼ਿਤ ਮਨ ਲੈ ਕੇ ਦੁਸ਼ਮਣ ਬਣ ਕੇ ਆਏ ਨੇ, ਉਹਨਾਂ ਨੂੰ ਜੰਗ ਕਰਨ ਵਾਸਤੇ ਉਹਨਾਂ ਦੇ ਨਾਲ ਮਹਾਰਾਜ ਜੀਆਂ ਨੇ ਇਹਨਾਂ ਗੁਰਸਿੱਖਾਂ ਨੂੰ, ਭਾਈ ਮੋਲਕ, ਭਾਈ ਜਾਤੀ ਮਲਕ, ਭਾਈ ਆਨੰਦਾ, ਬਾਬਾ ਬਿਧੀ ਚੰਦ ਸਖਤੂ ਜੀ, ਇਹਨਾਂ ਨੂੰ ਮਹਾਰਾਜ ਨੇ ਨਾਲ ਹੀ ਰਹਿਣ ਲਈ ਆਖਿਆ। ਟੋਲ 8 ਜਿਮ ਤੁਰਕ ਬਣਾਏ। ਜਿਵੇਂ 8 ਟੋਲੇ ਅਬਦੁਲ ਖਾਨ ਨੇ ਬਣਾਏ ਨੇ ਆਪਣੀ ਸੈਨਾ ਦੇ, ਇਸ ਤਰ੍ਹਾਂ ਮਹਾਰਾਜ ਜੀਆਂ ਨੇ ਵੀ 8 ਟੋਲੇ 8 ਜਥੇ ਬਣਾਏ। ਹਾਂਜੀ, ਸੁਨ ਕਰੇ ਆਪਣੇ ਤਥਾ ਚੜਾਏ। ਇਸ ਤਰ੍ਹਾਂ ਉਹਨਾਂ ਦੇ 8 ਟੋਲਿਆਂ ਦਾ ਜਵਾਬ ਦੇਣ ਲਈ 8 ਜਥੇ ਮਹਾਰਾਜ ਨੇ ਬਣਾ ਲਏ। ਤੇ ਇਸ ਢੰਗ ਦੇ ਨਾਲ ਭਾਈ ਸਾਹਿਬ ਜੀ ਨੇ ਬੜਾ ਸੋਹਣਾ ਲਿਖਿਆ ਹੈ, ਸੁਨ ਕਰ ਆਪਣੇ ਤਥਾ ਚੜਾਏ। ਉਸੇ ਤਰ੍ਹਾਂ ਜਿਵੇਂ ਉਹਨਾਂ ਨੇ 8 ਟੋਲੇ ਬਣਾਏ, ਮਹਾਰਾਜ ਜੀ ਨੇ 8 ਜਥੇ ਬਣਾਏ ਉਹਨਾਂ ਤੇ ਚੜ੍ਹਾਈ ਕਰਨ ਵਾਸਤੇ। ਇਤ ਸਤਿਗੁਰ ਨਿਜ ਕੀ ਨਸ ਤਿਆਰੀ। ਇਸ ਤਰ੍ਹਾਂ ਇੱਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੰਗ ਦੀ ਤਿਆਰੀ ਕਰ ਲਈ। ਜ਼ਾਫਤ ਤੁਰ ਕਨ ਦੇਨ ਅਗਾਰੀ। ਔਰ ਇਸ ਤਰ੍ਹਾਂ ਦੇ ਨਾਲ ਬੜਾ ਸੋਹਣਾ ਭਾਈ ਸਾਹਿਬ ਜੀ ਨੇ ਲਿਖਿਆ ਹੈ ਔਰ ਕਾਬਲੇ ਸੁਨੀਦਨ ਹੈ। ਜ਼ਾਫਤ ਦਾ ਮਤਲਬ ਉਹਨਾਂ ਨੂੰ ਆਉਂਦਿਆਂ ਨੂੰ ਭੋਜਨ ਦੇਣਾ। ਜਿਵੇਂ ਕੋਈ ਵਿਆਹ ਹੁੰਦਾ ਹੈ ਨਾ, ਤੇ ਮੇਲੀਆਂ ਨੂੰ, ਬਰਾਤੀਆਂ ਨੂੰ ਅੱਗੇ ਵਧੀਆ ਭੋਜਨ ਦਿੱਤਾ ਜਾਂਦਾ ਹੈ ਨਾ, ਉਸ ਭੋਜਨ ਵਿੱਚ ਕੀ ਕੀ ਪਦਾਰਥ ਨੇ ਜੋ ਉਹਨਾਂ ਨੂੰ ਪਰੋਸਿਆ ਜਾਣਾ ਹੈ, ਸਰਵਣ ਕਰੀਏ। ਸਿਪਰਨ ਕੇ ਵੱਡ ਹੋਏ ਰਕੇਬ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਲੇਖਣੀ ਤੋਂ ਸਦਕੇ ਜਾਈਏ। ਇਹ ਕਾਬਲੇ ਸਜਦਾ ਲੇਖਣੀ ਹੈ। ਕਹਿੰਦੇ ਨੇ ਜਿਹੜੀਆਂ ਢਾਲਾਂ ਨੇ ਮਹਾਰਾਜ ਜੀ ਦੇ ਸੂਰਮਿਆਂ ਦੀਆਂ ਪਿੱਠ ਤੇ ਬੰਨੀਆਂ ਹੋਈਆਂ, ਮੁਕਾਬਲਾ ਕਰਨ ਵਾਸਤੇ, ਦੁਸ਼ਮਣ ਦਾ ਵਾਰ ਰੋਕਣ ਵਾਸਤੇ, ਜਿਹੜੀਆਂ ਸਿਪਰ ਢਾਲਾਂ ਨੇ, ਮਾਨੋ ਇਹ ਥਾਲ ਨੇ ਜਿਨ੍ਹਾਂ ਵਿੱਚ ਪਰੋਸ ਕੇ ਭੋਜਨ ਦੇਣਾ ਹੈ। ਤੀਰਨ ਖਪਰੇ ਮਨੋ ਜਲੇਬ। ਤੇ ਜਿਹੜੇ ਵੱਡੇ ਖਪਰੇ ਤੀਰ ਨੇ, ਉਹਨਾਂ ਥਾਲਾਂ ਵਿੱਚ ਜਲੇਬ ਪਾ ਕੇ ਦੇਣੇ। ਜਲੇਬੀਆਂ ਵਰਤਾਉਣੀਆਂ ਨੇ, ਜਲੇਬੀਆਂ ਦੀ ਜਗ੍ਹਾ ਇਹਨਾਂ ਨੂੰ ਤੀਰ ਮਿਲਨੇ ਹਨ। ਤਰਵਾਰਨ ਕੇਵਰ ਸਮਝਾਨ। ਔਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਜੀ ਲਿਖਦੇ ਨੇ, ਤਰਵਾਰਨ ਘੇਵਰ ਸਮਝਾਨ। ਤੇ ਘੇਵਰ ਇੱਕ ਮਠਿਆਈ ਹੁੰਦੀ ਹੈ ਜਿਹੜੀ ਦੇਸੀ ਘਿਓ ਵਿੱਚ ਤਲੀ ਜਾਂਦੀ, ਡੀਪ ਫਰਾਈਡ ਹੁੰਦੀ ਹੈ। ਇੱਧਰ ਰਾਜਸਥਾਨ ਵਿੱਚ ਆਮ ਮਿਲ ਜਾਂਦੀ, ਆਮ ਲੋਕੀ ਖਾਂਦੇ ਨੇ ਅੱਜ ਵੀ, ਮਿੱਠੀ ਹੁੰਦੀ ਹੈ। ਤੇ ਜਿਵੇਂ ਮਧੂ ਮੱਖੀਆਂ ਦਾ ਛੱਤਾ ਹੁੰਦਾ ਨਾ, ਉਹਦਾ ਸਰੂਪ ਇਸ ਤਰ੍ਹਾਂ ਦਾ ਹੁੰਦਾ ਔਰ ਉਹ ਖਾਣ ਵਿੱਚ ਸਵਾਦ ਹੁੰਦੀ ਹੈ। ਦੇਸੀ ਘਿਓ ਦਾ ਬਣਿਆ ਹੋਰ ਕਰਕੇ ਉਹਨੂੰ ਘੀਵਰ ਜਾਂ ਘੇਵਰ ਕਹਿੰਦੇ। ਤੇ ਭਾਈ ਸਾਹਿਬ ਜੀ ਲਿਖਦੇ ਨੇ, ਕਹਿੰਦੇ ਨੇ ਜਿਹੜੀਆਂ ਤਲਵਾਰਾਂ ਨੇ ਗੁਰਸਿੱਖ ਸੂਰਮਿਆਂ ਦੀਆਂ, ਇਹ ਬਸ ਘੇਵਰ ਸਮਝੋ ਵੀ ਉਹਨਾਂ ਨੂੰ ਘਿਓ ਖਵਾਉਣਾ ਇਹਨਾਂ ਦੇ ਨਾਲ। ਤੋਮਰ ਕੇ ਫੁੱਲ ਬਰਫੀ ਮਾਨ। ਤੇ ਜਿਹੜੇ ਤੋਮਰ ਨੇ, ਬਰਸੇ ਨੇ, ਬਰਸੀਆਂ ਨੇ, ਉਹਨਾਂ ਦੇ ਜਿਹੜੇ ਫਲ ਨੇ, ਉਹਨਾਂ ਦੇ ਜਿਹੜੇ ਮੁਖੀ ਨੇ, ਬਸ ਉਹ ਬਰਫੀ ਸਮਝ ਲਓ ਵੀ ਇਹਨਾਂ ਨੂੰ ਉਹ ਖਵਾਉਣੀ ਹੈ। ਇਸ ਤਰ੍ਹਾਂ ਮਠਿਆਈਆਂ ਖਵਾਉਣੀਆਂ ਹਨ। ਅਨਗਨ ਗੁਲ ਕਾ ਛੱਕਰ ਪਾਰੇ। ਤੇ ਫਿਰ ਵਿਆਹ ਆਦਿਕ ਵਿੱਚ ਜਿੱਥੇ ਕੋਈ ਇਸ ਢੰਗ ਦਾ ਇਕੱਠ ਹੁੰਦਾ, ਮਹਿਮਾਨ ਆਉਂਦੇ ਨੇ, ਸ਼ੱਕਰ ਪਾਰੇ ਵੀ ਵਰਤਾਈ ਦੇ ਨੇ। ਸ਼ੱਕਰ ਦਾ ਮਤਲਬ ਹੈ ਮਿੱਠਾ, ਤੇ ਪਾਰੇ ਦਾ ਮਤਲਬ ਟੁਕੜੇ, ਛੋਟੇ ਛੋਟੇ ਟੁਕੜੇ ਖੰਡ ਦੇ ਬਣਾ ਕੇ ਨਾ, ਹਲਵਾਈ ਮੈਦੇ ਨੂੰ ਉਸ ਹਿਸਾਬ ਨਾਲ ਕੱਟ ਕੇ ਤੇ ਉੱਪਰ ਉਹਨਾਂ ਨੂੰ ਫਰਾਈ ਕਰਕੇ ਤੇ ਫਿਰ ਉਹਨੂੰ ਚਾਸ਼ਨੀ ਵਿੱਚ ਡੋਬ ਦਿੰਦੇ, ਉਹਨੂੰ ਸ਼ੱਕਰ ਪਾਰਾ ਕਹਿੰਦੇ ਨੇ। ਪੁਰਾਣੇ ਸਮੇਂ 'ਚ ਗੁੜ ਪਾਰੇ ਵੀ ਹੁੰਦੇ ਸਨ। ਤੇ ਜਿਹੜੇ ਸ਼ੱਕਰ ਪਾਰੇ ਨੇ ਉਹ ਕੀ ਹੈਗੇ ਨੇ? ਭਾਈ ਸਾਹਿਬ ਕਹਿੰਦੇ ਨੇ ਜਿਹੜੀਆਂ ਗੋਲੀਆਂ ਨੇ ਇਹ ਸ਼ੱਕਰ ਪਾਰੇ ਇਹਨਾਂ ਦੇ ਮੂੰਹ ਵਿੱਚ ਵੱਜਣਗੀਆਂ। ਜੋਧਾ ਬ੍ਰਿੰਦ ਪਰੋਸਨ ਹਾਰੇ। ਮੇਰੇ ਮਠਿਆਈਆਂ, ਇਹ ਬਰਫੀਆਂ, ਇਹ ਘੇਵਰ ਤੇ ਹੋਰ ਪਦਾਰਥ ਵਰਤਾਉਣ ਵਾਲੇ ਕਿਹੜੇ ਹੈਗੇ ਨੇ? ਵਰਤਾਵੇ ਕੌਣ ਨੇ? ਤੇ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਗੁਰੂ ਦਿਆ ਸੂਰਬੀਰ ਬ੍ਰਹਮ ਗਿਆਨੀ ਸੰਤ ਸਿਪਾਹੀ ਨੇ, ਇਹਨਾਂ ਸਾਰਿਆਂ ਨੇ ਵਰਤਾਉਣੇ ਨੇ ਸ਼ੱਕਰ ਪਾਰੇ, ਘੇਵਰ, ਔਰ ਇਸ ਤਰ੍ਹਾਂ ਦੇ ਨਾਲ ਜਲੇਬੀਆਂ, ਮਠਿਆਈਆਂ, ਬਰਫੀਆਂ,
ਇਹ ਸੂਰਮਿਆਂ ਨੇ ਜੰਗ ਵਿੱਚ ਵਰਤਾਉਣੀਆਂ ਹਨ। ਜੋਧਾ ਬ੍ਰਿੰਦ ਪਰੋਸਨ ਹਾਰੇ। ਇਹ ਸਾਰੇ ਯੋਧੇ ਜਿਹੜੇ ਨੇ ਪਰੋਸਣ ਵਾਲੇ ਵਰਤਾਵੇ ਹਨ। ਤਬ ਭੇਜਿਓ ਨਰ ਅਬਦੁਲ ਖਾਨ। ਇੰਨੇ ਚਿਰ ਨੂੰ ਅਬਦੁਲ ਖਾਨ ਨੇ ਆਪਣਾ ਇੱਕ ਦੂਤ ਮਹਾਰਾਜ ਜੀਆਂ ਦੇ ਕੋਲ ਭੇਜਿਆ ਹੈ। ਰੂਪ ਲਾਵੋ ਤਜ ਕਰ ਥਾਨ। ਤੇ ਉਹ ਇਹਦਾ ਲਿਖਿਆ ਹੋਇਆ ਸੰਦੇਸ਼ ਪੱਤਰ ਲੈ ਕੇ ਆਇਆ, ਸੰਦੇਸ਼ ਵਾਹਕ, ਜਿਸ ਤੇ ਲਿਖਿਆ ਹੋਇਆ ਵੀ ਤੁਸੀਂ ਇਹ ਜਗ੍ਹਾ ਖਾਲੀ ਕਰ ਜਾਓ, ਇਤੋਂ ਚਲੇ ਜਾਓ, ਸਭ ਅਪਰਾਧ ਮਿਟੇ ਚਲ ਜਾਓ। ਤੇ ਜੇ ਤੁਸੀਂ ਇਹ ਜਗ੍ਹਾ ਖਾਲੀ ਕਰ ਜਾਓ, ਇਥੋਂ ਚਲੇ ਜਾਓ, ਤੇ ਫਿਰ ਤੁਹਾਡਾ ਕੋਈ ਅਪਰਾਧ ਨਹੀਂ। ਵੈਸੇ ਹੀ ਮੈਂ ਅਰਜ਼ ਕਰਾਂ, ਅਪਰਾਧ ਤਾਂ ਹੈ ਹੀ ਕੋਈ ਨਹੀਂ। 100 ਅਪਰਾਧੀਆਂ ਵਿੱਚ ਇੱਕ ਨਿਰਪਰਾਧ ਹੋਵੇ ਨਾ, ਉਹ ਅਪਰਾਧੀ ਮੰਨਿਆ ਜਾਂਦਾ। ਤੇ ਮਹਾਰਾਜ ਜੀ ਦੀ ਬਾਣੀ ਤੁਸੀਂ ਰੋਜ਼ ਪੜ੍ਹਦੇ ਹੋ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਇਹਨਾਂ ਨਾਮ ਜਪਣ ਵਾਲਿਆਂ ਦਾ ਅਪਰਾਧ ਕੀ ਹੈ? ਅਪਰਾਧ ਇਹ ਹੈ ਕਿ ਸੁੱਤੇ ਹੋਏ ਜਗਤ ਨੂੰ ਜਗਾ ਰਹੇ ਨੇ, ਜਾਗਰਿਤ ਕਰ ਰਹੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਘਰ ਵਿੱਚ ਜਦ ਸਾਰੇ ਬ੍ਰਾਹਮਣ ਬੁਲਾਏ ਸਨ, ਬਾਬਾ ਕਾਲੂ ਜੀਆਂ ਨੇ ਜਨੇਊ ਪਾਉਣ ਦੀ ਰਸਮ ਦਾ ਸਮਾਂ ਰੱਖਿਆ ਹੋਇਆ ਸੀ, ਤੇ ਮਹਾਰਾਜ ਨੇ ਪਹਿਲਾਂ ਜਾਗਰਤੀ ਦੀ ਆਵਾਜ਼ ਦਿੱਤੀ, ਆਖਿਆ ਨਹੀਂ ਜਨੇਊ ਦਇਆ ਦੀ ਕਪਾਹ ਦਾ ਚਾਹੀਦਾ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਜਗਾਉਣ ਵਾਲੀ ਗੱਲ ਸੀ। ਹਰਿਦੁਆਰ ਗਏ, ਆਖਿਆ ਪਾਣੀ ਸੂਰਜ ਨੂੰ ਨਹੀਂ ਪਹੁੰਚਦਾ, ਜਗਾਉਣ ਵਾਲੀ ਗੱਲ ਸੀ। ਮੱਕਾ ਮੁਨਵਰਾ ਗਏ, ਜਗਾਉਣ ਦਾ ਯਤਨ ਕੀਤਾ। ਜਗਨਨਾਥਪੁਰੀ ਆਏ, ਜਗਾਉਣ ਦਾ ਯਤਨ ਕੀਤਾ। ਇੱਥੇ ਰਾਜਗੀਰ ਆਏ, ਪਟਨਾ ਸਾਹਿਬ ਆਏ, ਕੁਝ ਜਾਗੇ ਵੀ। ਮੈਂ ਅਰਜ਼ ਕਰਾਂ, ਸੇਠ ਜਗਤਾ ਮਲ ਜਾਗਿਆ, ਮੁਰਲੀਧਰ ਸੁਨਿਆਰਾ ਜਾਗਿਆ, ਅਦਰੱਕਾ ਚਾਕਰ ਜਾਗਿਆ, ਸਾਲਸਰਾਏ ਜੌਹਰੀ ਜਾਗਿਆ, ਹੋਰ ਕਈ ਜਾਗੇ। ਪਰ ਸੁੱਤੇ ਹੋਏ ਨੂੰ ਜਿਹੜਾ ਜਗਾਵੇ ਉਹ ਬੁਰਾ ਲੱਗਦਾ। ਸ਼ਾਮ ਨੂੰ ਮਾਂ ਬੱਚੇ ਨੂੰ ਗਲ ਨਾਲ ਲਾ ਕੇ ਸੁਆ ਦੇਵੇ ਤੇ ਮਾਂ ਲੱਗਦੀ ਹੈ, ਤੇ ਸਵੇਰੇ ਉਹੀ ਮਾਂ ਉਠਾਵੇ ਤੇ ਬੱਚਾ ਰੋਂਦਾ ਹੋਇਆ ਉੱਠਦਾ ਹੈ। ਲੱਗਦਾ ਪਤਾ ਨਹੀਂ ਕੌਣ ਉਠਾ ਰਿਹਾ, ਕਿਉਂਕਿ ਸੌਣਾ ਚੰਗਾ ਲੱਗਦਾ ਹੈ ਤੇ ਜਾਗਣਾ ਮਨੁੱਖ ਨੂੰ ਚੰਗਾ ਨਹੀਂ ਲੱਗਦਾ। ਕੋਈ ਵੀ ਕਦੇ ਵੀ ਸੰਸਾਰ ਨੂੰ ਜਾਗਰਤ ਕਰਨ ਦੀ ਗੱਲ ਕਰੇ ਉਹ ਭੈੜਾ ਲੱਗਦਾ। ਇਹੀ ਅਪਰਾਧ ਹੈ, ਹੋਰ ਕੋਈ ਅਪਰਾਧ ਨਹੀਂ। ਫਿਰ ਉੱਠੀ ਆਖਰ ਸਦਾ ਤੌਹੀਦ ਕੀ ਏਕਤਾ ਪ੍ਰੇਮ ਦੀ, ਫਿਰ ਉੱਠੀ ਆਖਰ ਸਦਾ तौहीद की पंजाब से हिंद को एक मर्दे कामल ने जगाया ख्वाब से। ते जगाउण दी सजा हैगी है लोहां ते बिठा दिता। जगाउण दी सजा है 15,000 सैनिक हुण चढ़ के आए ने। जगाउण दी सजा है चांदनी चौक विच शहीद कर देना। जगाउण दी सजा है सुते हुए देश नूं जगाउण दा जिसने जिक्र किया, जगाउण वालियां दा सहयोग किया, आरियां नाल चीर दिता, रूह विच बन के जला दिता, देगां विच उबाल दिता, सरहंद दियां दीवारां विच चिण दिता, चमकौर दी जंग विच को के शहीद कर दिता, बंद बंद कट दिते, खोपड़ियां उतार दित्तियां, चरखड़ियां ते चाड़ दिता। कारण की है? जगाउणा चाहुंदे। जदों भी कोई संसार ते सुती हुई मनुखता नूं जगाना चाहेगा, उस वास्ते फिर चरखड़ियां ने, उस वास्ते फिर बंद बंद कटण वाले टोके ने, उस वास्ते फिर देग दे उबाले ने, उस वास्ते फिर आरे दे चीर ने। जदों मर्जी कोई गल करके देख। इसलिए कहते हैं भी तुसी इथों चुपचाप चले जाओ, चंगा है इथों चले जाओ, ये दूत कह रहा है।
ਚਲੋ ਨ ਨਿਤ ਉਤਪਾਤ ਤੁਸੀਂ ਤਾਂ ਉਠਾਵੋ। ਦਿਨ ਰਾਤ ਜੰਗ ਦੀ ਗੱਲ ਕਰਦੇ ਹੋ, ਰੌਲਾ ਪਾਉਂਦੇ ਹੋ। ਇਹਨਾਂ ਨੂੰ ਪਰ ਬ੍ਰਹਮ ਪਰਮੇਸ਼ਵਰ ਦੀ ਬਾਣੀ ਦਾ ਕੀਰਤਨ ਰੌਲਾ ਲੱਗਦਾ, ਨਹੀਂ ਸਮਝ ਆਉਂਦੀ। ਆਪਣੀ ਸਮਝ ਨੂੰ ਥੋੜਾ ਜਿਹਾ ਮਨੁੱਖ ਡਿਵੈਲਪ ਕਰੇ ਤੇ ਬਹੁਤ ਕੁਝ ਉਹਦੇ ਜੀਵਨ ਵਿੱਚ ਸੁਧਾਰ ਹੋ ਸਕਦਾ। ਖੈਰ, ਹੁਣ ਇਸ ਵੇਲੇ ਵਕਤ ਦਾ ਤਕਾਜ਼ਾ ਹੈ। ਬਾਕੀ ਵਿਚਾਰ ਪ੍ਰੇਮ ਸਹਿਤ ਆਪ ਕੱਲ ਸਰਵਣ ਕਰੋਗੇ। ਬੜੇ ਪ੍ਰੇਮ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ। ਸਭ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਉਦਾਰਤਾ ਨਾਲ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ। ਆਓ, ਜੋ ਸਮਾਂ ਥੋੜਾ ਜਿਹਾ ਬਚਿਆ ਹੈ 2 ਮਿੰਟ ਦਾ, ਮਿਲ ਕੇ ਸਾਰੇ ਮਹਾਮੰਤਰ ਗੁਰਮੰਤਰ ਦੇ ਜਾਪ ਕਰੀਏ, ਫਿਰ ਅਰਦਾਸ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਵਾਹਿਗੁਰੂ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।